ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਉਸਮਾਨੀ ਜ਼ਰੀ ਫਾਰਮ। ਅੱਜ ਦੀ ਵੀਡੀਓ ਦੇ ਅੰਦਰ ਜ਼ਿਕਰ ਕਰ ਰਹੇ ਹਾਂ ਕਿ ਸਿੱਟਾ ਨਿਕਲਣ ਤੋਂ ਬਾਅਦ ਮਕਈ ਨੂੰ ਕਿਹੜੀ ਖਾਦਾਂ ਦੀ ਜ਼ਰੂਰਤ ਹੁੰਦੀ ਆ, ਮਕਈ ਨੂੰ ਖਾਦ ਦੇਣੀ ਚਾਹੀਦੀ ਆ ਜਾਂ ਨਹੀਂ ਦੇਣੀ ਚਾਹੀਦੀ। ਕਿਉਂਕਿ ਅਕਸਰ ਕਿਸਾਨ ਦੋਸਤ ਕਹਿੰਦੇ ਆ ਕਿ ਮਕਈ ਦੀ ਜਿਹੜੀ ਖਾਦ ਦੀ ਜ਼ਰੂਰਤ ਆ ਸਿੱਟਾ ਨਿਕਲਣ ਤੋਂ ਪਹਿਲੇ ਪਹਿਲੇ ਹੁੰਦੀ ਆ, ਔਰ ਸਿੱਟਾ ਨਿਕਲਣ ਤੋਂ ਪਹਿਲੇ ਪਹਿਲੇ ਦੀ ਸਾਰੀ ਖਾਦਾਂ ਮੁਕੰਮਲ ਕਰ ਦੇਣੀਆਂ ਚਾਹੀਦੀਆਂ ਵਾ। ਸਿੱਟਾ ਨਿਕਲਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਇਹਨੂੰ ਖਾਦ ਨਹੀਂ ਦੇਣੀ ਚਾਹੀਦੀ। ਨਾਜ਼ਰੀਨ, ਇਸ ਟਾਈਮ ਜਿਹੜੀ ਹੈ ਤੁਹਾਨੂੰ ਮਕਈ ਨਜ਼ਰ ਆ ਰਹੀ ਆ, ਸਿੱਟਾ ਕੱਢਿਆ ਹੋਇਆ ਵਾ, ਤਕਰੀਬਨ ਪੋਲੀਨੇਸ਼ਨ ਦਾ ਅਮਲ ਹਾਲੇ ਸ਼ੁਰੂ ਹੋਇਆ ਵਾ। ਔਰ ਇਸ ਤੋਂ ਬਾਅਦ ਜਦੋਂ ਛੱਲੀ ਦੇ ਅੰਦਰ ਦਾਣੇ ਦੀ ਭਰਾਈ ਦਾ ਅਮਲ ਹੋਣਾ ਵਾ, ਯਾਨੀ ਕਿ ਛੱਲੀ ਦੇ ਅੰਦਰ ਦੂਧੀਆ ਦਾਣੇ ਦੀ ਸਟੇਜ ਹੋਣੀ ਆ, ਉਸ ਟਾਈਮ ਮਕਈ ਦੇ ਅੰਦਰ ਅਗਰ ਅਸੀਂ 20 ਤੋਂ 25 ਕਿਲੋ ਯੂਰੀਆ ਪਲੱਸ 1 ਕਿਲੋ ਸਲਫਰ, ਔਰ ਅਗਰ ਪਹਿਲੇ ਪੋਟਾਸ਼ ਇਸਤੇਮਾਲ ਕੀਤੀ ਹੋਈ ਆ ਫਿਰ ਵੀ 5 ਤੋਂ 10 ਕਿਲੋ ਪੋਟਾਸ਼ ਦਾ ਇਸਤੇਮਾਲ, ਅਗਰ ਅਸੀਂ ਇਹ 2 ਤੋਂ 3 ਚੀਜ਼ਾਂ ਬੂਸਟਰ ਡੋਜ਼ ਦੀ ਹਿਸਾਬ ਨਾਲ ਅਗਰ ਅਸੀਂ ਆਪਣੀ ਫਸਲ ਨੂੰ ਦਿੰਦੇ ਹਾਂ, ਤੇ ਇਹਦੇ ਨਾਲ ਫ਼ਾਇਦਾ ਇਹ ਹੁੰਦਾ ਵਾ ਕਿ ਤੇ ਪੈਦਾਵਾਰ ਸਾਨੂੰ ਐਕਸੀਲੈਂਟ ਮਿਲਦੀ ਆ। ਪੈਦਾਵਾਰ ਦੇ ਵਿੱਚ ਵਾਜ਼ਿਹ ਫ਼ਰਕ ਨਜ਼ਰ ਆਉਂਦਾ ਵਾ। ਦੂਸਰਾ, ਸਿੱਟਾ ਨਿਕਲਣ ਤੋਂ ਪਹਿਲੇ ਪਹਿਲੇ ਅਸੀਂ ਜਿਹੜੀਆਂ ਖਾਦਾਂ ਮੁਕੰਮਲ ਕਰ ਦਿੰਦੇ ਹਾਂ, ਉਸ ਤੋਂ ਬਾਅਦ ਗਰਮੀ ਜ਼ਿਆਦਾ ਹੁੰਦੀ ਆ, ਇਹਨੂੰ ਜਿਹੜੇ ਆ 3 ਤੋਂ 4 5 ਪਾਣੀ ਲੱਗਦੇ ਆ, ਔਰ ਬਾਰ-ਬਾਰ ਪਾਣੀ ਲੱਗਣ ਦੇ ਨਾਲ ਜਿਹੜੀ ਖੁਰਾਕ ਪਈ ਹੁੰਦੀ ਹੈ ਜੜ੍ਹ ਤੋਂ ਦੂਰ ਚਲੇ ਜਾਂਦੀ ਹੈ, ਯਾਨੀ ਲੀਚ ਡਾਊਨ ਹੋ ਜਾਂਦੀ ਆ। ਇਸ ਕਰਕੇ ਇਹਨੂੰ ਜਦੋਂ ਛੱਲੀ ਦੇ ਅੰਦਰ ਦੂਧੀਆ ਦਾਣਾ ਬਣਦਾ ਵਾ, ਇਹਨੂੰ ਫਿਰ ਇੱਕ ਦਫਾ ਬੂਸਟ ਅਪ ਦੀ ਜ਼ਰੂਰਤ ਹੁੰਦੀ ਆ, ਬੂਸਟਰ ਖਾਦ ਦੀ ਜ਼ਰੂਰਤ ਹੁੰਦੀ ਆ। ਅਸੀਂ ਫਿਰ ਇਹਨੂੰ ਅਗਰ ਪੋਟਾਸ਼ ਦੀ ਸ਼ਕਲ 'ਚ, ਯੂਰੀਆ ਦੀ ਮੱਦ ਦੇ ਵਿੱਚ ਔਰ ਸਲਫਰ ਇਹਦਾ ਇਸਤੇਮਾਲ ਕਰਦੇ ਹਾਂ। ਇਹਦੇ ਨਾਲ ਨੋ ਡਾਊਟ ਇਹਦਾ ਪੈਦਾਵਾਰ 'ਤੇ ਬੜਾ ਮੁਸਬਤ ਅਸਰ ਹੁੰਦਾ ਵਾ, ਔਰ ਇਹਦੇ ਨਾਲ ਪੈਦਾਵਾਰ ਯਕੀਨੀ ਇਜ਼ਾਫਾ ਹੁੰਦਾ ਵਾ।